Good morning, students. Unit 4 Monetary Policy, Chapter 23. Monetary Policy च ਆਪਾਂ ਕੀ ਪੜ੍ਹਨਾ ਹੈ? ਮੌਦਰਿਕ ਨੀਤੀ। ਇਹ ਮੋਨੇਟਰੀ ਪਾਲਿਸੀ ਕੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਕੰਟਰੀ ਦੇ ਵਿੱਚ ਇੰਪਲੋਇਮੈਂਟ ਜਨਰੇਟ ਕਰਨ ਲਈ, ਡਿਵੈਲਪਮੈਂਟ ਕਰਨ ਲਈ, ਪ੍ਰਾਈਸ ਲੈਵਲ ਨੂੰ ਸਟੇਬਲ ਕਰਨ ਵਾਸਤੇ ਮੋਨੇਟਰੀ ਪਾਲਿਸੀ ਅਪਣਾਉਂਦਾ ਹੈ। ਕੀ ਹੈ ਮੋਨੇਟਰੀ ਪਾਲਿਸੀ? ਮੁਦਰਾ ਦੀ ਪੂਰਤੀ ਨਾਲ ਸੰਬੰਧਿਤ ਨੀਤੀ। ਮੌਦਰਿਕ ਨੀਤੀ ਕਹਿੰਦੇ ਇਹਨੂੰ। ਮੌਦਰਿਕ ਨੀਤੀ ਤੋਂ ਕੀ ਭਾਵ ਹੈ? ਮੁਦਰਾ ਦੀ ਪੂਰਤੀ ਸੰਬੰਧੀ ਨੀਤੀ। ਮਤਲਬ ਕਿ ਜੇ ਲੱਗੇ ਕੇਂਦਰੀ ਬੈਂਕ ਨੂੰ ਜਾਂ ਸਰਕਾਰ ਨੂੰ ਲੱਗੇ, ਰਿਜ਼ਰਵ ਬੈਂਕ ਆਫ ਇੰਡੀਆ ਨੂੰ, ਕਿ ਪ੍ਰਾਈਸਿਸ ਬਹੁਤ ਤੇਜ਼ੀ ਨਾਲ ਵੱਧ ਰਹੇ ਹੈ। ਪ੍ਰਾਈਸਿਸ ਕਦੋਂ ਵੱਧਦੇ ਹੈ? ਕੀਮਤਾਂ ਕਦੋਂ ਵੱਧਦੀਆਂ? ਜਦੋਂ ਡਿਮਾਂਡ ਜ਼ਿਆਦਾ ਹੋਵੇ ਅਤੇ ਸਪਲਾਈ ਘੱਟ ਹੋਵੇ। ਅਤੇ ਡਿਮਾਂਡ ਕਦੋਂ ਹੋਊਗੀ? ਜਦੋਂ ਲੋਕਾਂ ਦੇ ਹੱਥਾਂ ਵਿੱਚ ਪਰਚੇਜ਼ਿੰਗ ਪਾਵਰ ਹੋਏਗੀ। ਉਸ ਪਰਚੇਜ਼ਿੰਗ ਪਾਵਰ ਨੂੰ ਘਟਾਉਣ ਵਾਸਤੇ, ਠੀਕ ਹੈ, ਆਪਾਂ ਲੋਕਾਂ ਦੇ ਹੱਥਾਂ ਵਿੱਚ ਮਨੀ ਦੀ ਸਪਲਾਈ ਨੂੰ ਘੱਟ ਕਰਾਂਗੇ। ਮਨੀ ਦੀ ਸਪਲਾਈ ਕਿਵੇਂ ਘੱਟ ਕਰਾਂਗੇ? ਬੈਂਕ ਦੀ ਵਿਆਜ ਦੀ ਦਰ ਨਾਲ। ਇਹ ਮੈਂ ਤੁਹਾਨੂੰ ਅੱਗੇ ਐਕਸਪਲੇਨ ਕਰੂੰਗੀ। ਸਪੋਜ਼ ਕਰੋ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿੰਦੀ ਤੁਹਾਨੂੰ। ਮੰਨ ਲਓ ਕੀਮਤਾਂ ਵੱਧ ਰਹੀਆਂ। ਕੀਮਤਾਂ ਵਧਣ ਦਾ ਕਾਰਨ ਕੀ ਸੀ? ਕਿ ਡਿਮਾਂਡ ਸਪਲਾਈ ਨਾਲੋਂ ਜ਼ਿਆਦਾ ਵੱਧ ਗਈ। ਜਦੋਂ ਡਿਮਾਂਡ ਸਪਲਾਈ ਨਾਲੋਂ ਜ਼ਿਆਦਾ ਵਧੀ, ਕਿਉਂ ਵਧੀ? ਕਿਉਂਕਿ ਪਿੱਛੋਂ ਪ੍ਰੋਡਕਸ਼ਨ ਹੈ ਨਹੀਂ, ਲੋਕਾਂ ਦੇ ਕੋਲ ਪੈਸਾ ਸੀ, ਪਰਚੇਜ਼ਿੰਗ ਪਾਵਰ ਸੀ। ਸਰਕਾਰ ਨੇ ਕੀ ਕੀਤਾ? ਇੱਕ ਇਹਨਾਂ ਦਾ ਇੰਸਟਰੂਮੈਂਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜਿਵੇਂ ਬੈਂਕ ਰੇਟ, ਸਰਕਾਰ ਕੀ ਕਰੂਗੀ? ਐਕਸਪੈਂਸਿਵ ਮੋਨੇਟਰੀ ਪਾਲਿਸੀ ਅਪਣਾਏਗੀ, ਮਹਿੰਗੀ ਮੌਦਰਿਕ ਨੀਤੀ। ਵਿਆਜ ਦੀ ਦਰ ਵਧਾ ਦੂਗੀ। ਜਿਵੇਂ PNB, OBCA ਬੈਂਕ ਹੈ, ਇਹ ਕੀ ਕਮਰਸ਼ੀਅਲ ਬੈਂਕ ਹੈ। ਜਦੋਂ ਇੱਥੇ ਵਿਆਜ ਦੀ ਦਰ ਵੱਧ ਜੇਗੀ ਤਾਂ ਲੋਕ ਘੱਟ ਕਰਜ਼ੇ ਲੈਣਗੇ। ਪਰਚੇਜ਼ਿੰਗ ਮਨੀ ਸਪਲਾਈ ਉਹਨਾਂ ਦੇ ਹੱਥ 'ਚ ਘੱਟ ਆਏਗੀ, ਪਰਚੇਜ਼ਿੰਗ ਪਾਵਰ ਘਟੇਗੀ, ਡਿਮਾਂਡ ਘਟੇਗੀ। ਡਿਮਾਂਡ ਘਟ ਕੇ ਸਪਲਾਈ ਦੇ ਬਰਾਬਰ ਹੋਏਗੀ ਤਾਂ ਪ੍ਰਾਈਸ ਨੀਚੇ ਹੋ ਜਾਊਗਾ ਜਾਂ ਸਟੇਬਲ ਹੋ ਜਾਊਗਾ। ਠੀਕ ਹੈ, ਅੱਗੇ ਜਿਵੇਂ ਪੜ੍ਹੀ ਜਾਵਾਂਗੇ ਤੁਹਾਨੂੰ ਕਲੀਅਰ ਹੋ ਜਾਏਗਾ। ਇਸੇ ਤਰ੍ਹਾਂ ਬੈਂਕ ਰੇਟ ਨੂੰ ਘਟਾ ਵਧਾ ਕੇ, ਕਈ ਵਾਰੀ ਉਹਨੂੰ ਮਨੀ ਸਪਲਾਈ ਇਕੋਨਮੀ 'ਚ ਘਟਾਉਣੀ ਪੈਂਦੀ ਹੈ, ਕਈ ਵਾਰ ਵਧਾਉਣੀ ਪੈਂਦੀ ਹੈ। ਇਹ ਸਾਰਾ ਕੀ ਹੈ? ਮੋਨੇਟਰੀ ਪਾਲਿਸੀ। ਮੋਨੇਟਰੀ ਪਾਲਿਸੀ ਕਾਹਦੇ ਵਾਸਤੇ ਹੈ? ਮੁਦਰਾ ਦੀ ਪੂਰਤੀ, ਮੁਦਰਾ ਦੀ ਪ੍ਰਾਪਤੀ, ਮੁਦਰਾ ਦੀ ਲਾਗਤ ਜਾਂ ਵਿਆਜ ਦੀ ਦਰ। ਇਹਦੀ ਇੱਕ ਅੱਧੀ ਡੈਫੀਨੇਸ਼ਨ ਕਰ ਲਿਓ। ਉਸ ਤੋਂ ਬਾਅਦ ਆਊਗਾ ਓਬਜੈਕਟਿਵ। ਜਿਹੜੀ ਓਬਜੈਕਟਿਵ ਹੈ ਨਾ, ਇਹੀ ਸਿਗਨੀਫਿਕੈਂਸ, ਇਹੀ ਰੋਲ, ਇਹੀ ਸਾਰਾ ਕੁਝ ਹੈ। ਜਿਵੇਂ ਦਾ ਉਦੇਸ਼ ਕੀ ਹੈ? ਪੂਰਨ ਰੁਜ਼ਗਾਰ। ਜੇ ਆਪਾਂ ਦੇਖੀਏ ਇਕੋਨਮੀ ਦੇ ਵਿੱਚ ਦਾ ਮਹੱਤਵ ਕੀ ਹੈ, ਤਾਂ ਪੂਰਨ ਰੁਜ਼ਗਾਰ ਸੇਮ ਹੀ ਹੈ। ਇਸ ਕਰਕੇ ਉਦੇਸ਼ ਆ ਜਾਣ, ਮਹੱਤਵ ਆ ਜੇ, ਰੋਲ ਆ ਜੇ, ਤੁਸੀਂ ਇਹ ਲਿਖਣਾ। ਫੁੱਲ ਇੰਪਲੋਇਮੈਂਟ। ਮੌਦਰਿਕ ਨੀਤੀ ਦਾ ਸਭ ਤੋਂ ਵੱਡਾ ਕੰਮ ਕੀ ਹੁੰਦਾ ਹੈ? ਇੰਪਲੋਇਮੈਂਟ ਲਿਆਉਣਾ ਕੰਟਰੀ 'ਚ। ਕਿੱਦਾਂ ਆਏਗੀ? ਲੇਮੈਨ ਦੀ ਭਾਸ਼ਾ 'ਚ ਸਮਝੋ ਧਿਆਨ ਨਾਲ। ਜੇ ਰਿਜ਼ਰਵ ਬੈਂਕ ਆਫ ਇੰਡੀਆ ਸਾਰਿਆਂ ਬੈਂਕਾਂ ਨੂੰ ਕਵੇ ਕਿ ਰੇਟ ਆਫ ਇੰਟਰਸਟ ਘਟਾ ਦਿਓ, 2% 'ਤੇ ਲੋਨ ਦੇਣਾ ਸ਼ੁਰੂ ਕਰ ਦਿਓ, ਅਤੇ ਹਰ ਉਹ ਬੰਦਾ ਜਿਹੜਾ ਕਿ ਉਹ ਇੱਕ ਵਪਾਰ ਸ਼ੁਰੂ ਕਰਨਾ ਚਾਹੁੰਦਾ ਹੈ, ਉਹ ਘੱਟ ਇੰਟਰਸਟ ਰੇਟ 'ਤੇ ਕਰਜ਼ਾ ਲੈ ਕੇ ਕੰਮ ਸ਼ੁਰੂ ਕਰੇਗਾ ਅਤੇ ਲੋਕਾਂ ਨੂੰ ਇੰਪਲੋਈ ਰੱਖੇਗਾ, ਉਹਨਾਂ ਨੂੰ ਰੁਜ਼ਗਾਰ ਮਿਲੇਗਾ। ਅਤੇ ਇਹਦੇ ਨਾਲ ਕੀ ਹੋਏਗਾ? ਪੂਰਨ ਰੁਜ਼ਗਾਰ ਕਿਹੜੀ ਹਾਲਤ ਹੁੰਦੀ ਹੈ? ਜਿਹਦੇ ਵਿੱਚੋਂ ਸਾਰੇ ਮਨੁੱਖ ਜੋ ਮਜ਼ਦੂਰੀ ਦੀ ਦਰ 'ਤੇ ਕੰਮ ਕਰਨ ਨੂੰ ਤਿਆਰ ਹੈ, ਠੀਕ ਹੈ, ਅਤੇ ਕੰਮ ਪ੍ਰਾਪਤ ਕਰ ਲੈਂਦੇ ਹੈ, ਉਹਨਾਂ ਨੂੰ ਕੀ ਕਹਿੰਦੇ? ਪੂਰਨ ਰੁਜ਼ਗਾਰ ਦੀ ਅਵਸਥਾ। ਉਹੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ। ਚੀਪ ਮੋਨੇਟਰੀ ਪਾਲਿਸੀ ਅਪਣਾਏਗਾ। ਚੀਪ ਮੋਨੇਟਰੀ ਪਾਲਿਸੀ ਦਾ ਮਤਲਬ ਘੱਟ ਰੇਟ ਆਫ ਇੰਟਰਸਟ 'ਤੇ ਲੋਨ ਪ੍ਰੋਵਾਈਡ ਕਰੇਗਾ। ਇਕਨੋਮਿਕ ਗਰੋਥ ਨੈਚੁਰਲੀ ਹੈ। ਆਰਥਿਕ ਵਿਕਾਸ ਦੀ ਪ੍ਰਕਿਰਿਆ ਵਿੱਚ ਕੀ ਹੋਊਗਾ? ਲੋਕਾਂ ਦੀ ਆਮਦਨ ਵਿੱਚ ਵਾਧਾ ਹੋਏਗਾ, ਹੈ ਨਾ। ਚੀਪ ਮੋਨੇਟਰੀ ਪਾਲਿਸੀ ਅਪਣਾਏਗਾ, ਲੋਕ ਕਰਜ਼ੇ ਲੈਣਗੇ, ਉਤਪਾਦਨ ਹੋਏਗਾ, ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਰੁਜ਼ਗਾਰ ਮਿਲਣ ਨਾਲ ਉਹਨਾਂ ਦੀ ਇਨਕਮ ਵਧੇਗੀ, ਇਨਕਮ ਵਧਣ ਨਾਲ ਲਿਵਿੰਗ ਸਟੈਂਡਰਡ ਵਧੇਗਾ, ਜਿਹਦੇ ਨਾਲ ਆਪਣੀ ਇਕਨੋਮਿਕ ਗਰੋਥ ਹੋਏਗੀ। ਪ੍ਰਾਈਸ ਸਟੈਬਿਲਿਟੀ ਵੀ ਮੈਂ ਤੁਹਾਨੂੰ ਪਹਿਲਾਂ ਹੀ ਐਕਸਪਲੇਨ ਕਰ ਦਿੱਤਾ। ਜੇ ਉਹਨੂੰ ਲੱਗਦਾ ਕਿ ਲੋਕਾਂ ਦੇ ਹੱਥ 'ਚ ਮਨੀ ਸਪਲਾਈ ਬਹੁਤ ਜ਼ਿਆਦਾ ਹੈ ਤਾਂ ਉਹ ਮਹਿੰਗੀ ਕਰੇਗਾ, ਵਿਆਜ ਦੀ ਦਰ ਵਧਾ ਦੇਗਾ, ਲੋਕਾਂ ਦੇ ਹੱਥਾਂ 'ਚੋਂ ਪਰਚੇਜ਼ਿੰਗ ਪਾਵਰ ਘਟੇਗੀ, ਡਿਮਾਂਡ ਘਟੇਗੀ, ਜੋ ਕਿ ਸਪਲਾਈ ਦੇ ਬਰਾਬਰ ਹੋਗੀ ਤਾਂ ਪ੍ਰਾਈਸ ਸਟੈਬਿਲਿਟੀ ਆ ਜੇ। ਐਕਸਚੇਂਜ ਸਟੈਬਿਲਿਟੀ, ਵਿਦੇਸ਼ੀ ਵਟਾਂਦਰੇ ਦੀ ਵੀ ਸਥਿਰਤਾ ਆਏਗੀ ਮੌਦਰਿਕ ਨੀਤੀ ਦੇ ਨਾਲ। ਠੀਕ ਹੈ, ਕੀ ਹੈ ਇਹ ਵਿਦੇਸ਼ੀ ਵਟਾਂਦਰੇ ਦਰ ਤੋਂ ਕੀ ਭਾਵ ਹੈ? ਕਿਸੇ ਦੇਸ਼ ਦੀ ਮੁਦਰਾ ਦੀ ਇੱਕ ਇਕਾਈ ਦੇ ਬਦਲੇ ਵਿੱਚ ਦੂਜੇ ਦੇਸ਼ ਦੀਆਂ ਕਿੰਨੀਆਂ ਇਕਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜਿਵੇਂ $1 70-75 ਰੁਪਏ ਦਾ, ਇਹ ਹੈ ਐਕਸਚੇਂਜ ਰੇਟ। ਠੀਕ ਹੈ,
इस करके जो विदेशी वटांदरे दर विच बहुत ज़्यादा उतार चढ़ाव नहीं आने चाहिए। जो देखो ना अज डॉलर 70-75 रुपए का, उस हिसाब नाल मैं इन्वेस्टमेंट करके एक्सपोर्ट करना चाहनी है किसी भी चीज़ का, ਜਾਂ इंपोर्ट करना चाहनी है। मैनू की पता आने वाले टाइम 'ਚ डॉलर 40 रुपए रह जाना कि 150 हो जाना, नहीं ना पता। इस करके इनका यह भी एक काम है एक्सचेंज नू स्टैबिलिटी लियानी। आर्थिक असमानता विच कमी मतलब ਜਿਹੜਾ ਤੁਹਾਨੂੰ लगता है ਜਿਹੜੇ ਏਰੀਏ ਦੇ ਵਿੱਚ ਜਿਵੇਂ ਆਪਣੇ ਕੁਝ ਈਸਟਰਨ ਹੈਗੀਆਂ ਸਟੇਟਸ, ठीक है, असम, मेघालय, मिजोरम, त्रिपुरा, उत्थे ज़्यादा ना डिवेलपमेंट नहीं हुई। जे रिजर्व बैंक ऑफ इंडिया चाहे तो पूरी कंट्री नालों उन्होंने स्टेट्स के बैंकों लिए अलग तो पॉलिसी बना दे। क्यों? क्योंकि वो भी बाकी कंट्री के नाल समान हो जाए, उत्थे सस्ते दवे ताकि उत्थों के उद्योग धंधे लगन, उत्थों के लोग जोड़े अपने तो पिछड़े हुए अपने बराबर हो जाए। नैक्सट आ गया पैरामीटर्स ऑफ इंस्ट्रूमेंट ऑफ मॉनेटरी पॉलिसी। पैरामीटर्स की है, किहड़े किहड़े इंस्ट्रूमेंट है? सब तो पहला ये 3 मुख्य ही अंतर है, सप्लाई ऑफ मनी, कोस्ट ऑफ मनी मतलब रेट ऑफ इंटरस्ट या अवेलेबिलिटी ऑफ मनी। सप्लाई की है जिहड़ी बैंकों के विच करंसी है, डिमांड डिपोजिट है, ठीक है, केंद्रीय बैंक कई बारी मनी नू इशू करन दा भी ऑर्डर दे दिंदा है। ये की है मुद्रा की पूर्ति। मुद्रा की लागत या ब्याज की दर मैं तुहानूं पहले ही करती, रेट ऑफ इंटरस्ट घटन वधन दा। अवेलेबिलिटी ऑफ मनी, मनी सप्लाई की अवेलेबिलिटी कि लोगों के हत्थों चो परचेजिंग पावर घटानी है या वधानी है, वो अगे तरीके दसे उन्हें। क्वांटिटेटिव क्रेडिट कंट्रोल, ठीक है, किवें मात्रात्मक किवें है, बैंक रेट जे कीमतां वध रही, ठीक है, लोगों के हत्थों में पैसा है तां ही डिमांड कर रहे हैं, तो परचेजिंग पावर घटाने वास्ते बैंक रेट वधा दूगा रिजर्व बैंक। बैंक रेट वो रेट है जिन्हें जे इन्हें डिटरमिन करती 4%, सारे कमर्शियल बैंक 4% ते कर्जा दोगे। ये कौन डिटरमिन करता है? रिजर्व बैंक ऑफ इंडिया, ठीक है। इस करके जो बैंक नूं लगे कि लोगों को बहुत पैसा है जिहदे नाल परचेजिंग पावर ज़्यादा है तो साडी कीमतां वध रही दिनों दिन, ठीक है, महंगाई वध रही जिन्हों आप पंजाबी च कह दें, फिर वो की करेगा? महंगी कर देगा, मॉनेटरी पॉलिसी एक्सपेंसिव वाली कर देगा, जिहदे नाल की है महंगियां ब्याज दीयां दरां ते करजे मिलणगे, लोग हुण करजे घट लैणगे, जे घट लैणगे मनी की सप्लाई घटेगी, सप्लाई घटेगी तो उन्होंने हत्थों में परचेजिंग पावर घटेगी, वो डिमांड घट करनगे जो कि सप्लाई के बराबर हो जाएगी। खुले बाजार दी क्रियावां, ओपन मार्केट ऑपरेशन च की हुंदा है, जो लगे ना सरकार नूं इकोनॉमी च पैसा बहुत है, डिमांड ज़्यादा है। डिमांड क्यों बढ़ता है? क्योंकि लोगों को परचेजिंग पावर है। परचेजिंग पावर कदों होएगी? जो मेरे हाथ च पैसा होएगा। वो पैसे नूं घटाउण वास्ते सरकार की करेगी? ओपन मार्केट ऑपरेशन, खुले दे विच अपनियां सिक्योरिटीज़ बेचेगी। एक सरकार दियां ना सिक्योरिटीज़ हुंदियां, मान लो मेरे को अज 20,000 है, मैं इन्वेस्टमेंट करना चाहनी है, सरकार नूं लगदा ना कि जे मेरे को 20,000 है तो मैं मंग करूँगी, पिछे सप्लाई है नहीं, प्राइस वधूगे, वो मैनूं लालच दोगे कि असीं 5% 7% तुहानूं ब्याज देवांगे, तुसीं साडीआं सिक्योरिटीज़ खरीद लो। मैं वो खरीद लूँगी, मतलब 20,000 उन्होंने देता, मेरे हाथ चों मनी सप्लाई गई, मेरे हाथ चों परचेजिंग पावर गई, सरकार का मोटिव पूरा हो गया। उन्हें की किया? मैनूं सिक्योरिटी वेचती खुले बाजार च। इनू कहते खरीद ते वेच। कई बार ओपोजिट हालात भी होंगे है, कीमतां लगातार डाउन होंदियां जांदियां। डाउन कदों होंदियां? जदों सप्लाई बहुत ज़्यादा हो जाए तो मंग घट है, ठीक है। मंग नूं वधाउण लई सरकार की करेगी? फिर चीप मॉनेटरी पॉलिसी अपनाएगी, ब्याज की दर सस्ती ब्याज की दर ते करजे दोगी, फिर लोग करजे लओगे, परचेजिंग पावर वधूगी, ठीक है। तो जो लगूगा सरकार फिर अपने जिहड़े उन्होंने सिक्योरिटीज़ आप खरीदियां सी ना, वेचनियां शुरू कर दो। जो सरकार इनू वेचूगी अपने को पैसा आऊगा, अपनी मनी सप्लाई वधेगी, परचेजिंग पावर वधेगी। घट तो घट नगद फंड विच परिवर्तन, चेंज इन मिनीमम रिजर्व रेशो। एक रिजर्व रेशो होंदी है, ठीक है, जिवें मान लो 6.5 या 7.5 है, ये चेंज होंदी रहती है। मतलब कि ना बैंक ने की करना है, इन्ने परसेंट जिन्ने भी उसको पैसे आ उहदा 7.5% जिहड़ा है उन्होंने अपने को या रिजर्व बैंक को, रिजर्व रेशो कित्थे रखनी पैंदी है? उन्होंने केंद्री बैंक को रखनी पैंदी है, ठीक है। देखो ना हुण 100 रुपया बैंक च टोटल, छोटी जी एग्जाम्पल मन के चलो,
ਵਿੱਚੋਂ 7.5 ਰੁਪਏ ਉਹਨੇ ਕੇਂਦਰੀ ਬੈਂਕ ਕੋਲ ਰੱਖਣੇ ਹੀ ਰੱਖਣੇ ਆ। ਕਿਉਂ ਰੱਖਣੇ ਆ? ਤਾਂ ਕਿ ਜੇ ਕਿਸੇ ਨੂੰ ਲੋੜ ਪੈ ਜੇ ਇਮੀਡੀਏਟਲੀ ਸਾਡੇ ਵਰਗਿਆਂ ਨੂੰ ਉਹ ਜਾ ਕੇ ਖੜਵਾ ਸਕਦਾ। ਇੱਕ ਦੂਸਰਾ, ਜੇ ਉਹ ਚਾਹਵੇ ਕਿ ਜ਼ਿਆਦਾ ਕਰਜ਼ੇ ਦੇਵੇ ਤਾਂ ਉਹ ਕੀ ਕਰੇਗਾ, ਇਹਨੂੰ 5.5% ਕਰ ਦੇਗਾ। ਹੁਣ ਜ਼ਿਆਦਾ 5.5 ਆਪਣੇ ਕੋਲ ਰੱਖਿਆ, ਉਹਦੇ ਕੋਲ ਕਰਜ਼ੇ ਦੇਣ ਲਈ ਜ਼ਿਆਦਾ ਪੈਸੇ ਬਚ ਗਏ। ਜੇ ਉਹਨੂੰ ਲੱਗਦਾ ਮਨੀ ਸਪਲਾਈ ਘਟਾਣੀ ਹੈ ਇਕੋਨਮੀ 'ਚ, ਉਹ ਇਹਦਾ 5 ਤੋਂ ਕਿੰਨਾ ਕਰ ਦੇਗਾ, 9। ਹੁਣ ਉਹਦੇ ਕੋਲ ਘੱਟ ਪੈਸੇ ਬਚੇ ਸਪਲਾਈ ਕਰਨ ਲਈ। ਸਮਝ ਰਹੇ ਹੋ ਕਿ ਨਹੀਂ? ਇਹਨੂੰ ਕਹਿੰਦੇ ਕੈਸ਼ ਰਿਜ਼ਰਵ ਰੇਸ਼ੋ। ਮਤਲਬ ਕਿ ਜੇ ਇੱਕ ਕੋਲ ਬੈਂਕ ਦੇ ਕੋਲ 7.5% ਕੈਸ਼ ਰਿਜ਼ਰਵ ਰੇਸ਼ੋ ਹੈ, 100 ਰੁਪਏ 'ਚ ਉਹਨੇ 7.5% ਕੇਂਦਰੀ ਬੈਂਕ ਕੋਲ ਜਮ੍ਹਾਂ ਕਰਵਾਉਣਾ ਹੈ। ਜੇ ਰਿਜ਼ਰਵ ਬੈਂਕ ਆਫ ਇੰਡੀਆ ਚਾਹੁੰਦਾ ਹੈ ਕਿ ਇਕੋਨਮੀ 'ਚ ਮਨੀ ਸਪਲਾਈ ਘਟਣ ਵਾਸਤੇ ਕੀ ਕਰੂਗਾ, ਇਹਨੂੰ ਉਹ 10% ਕਰ ਦੂਗਾ। ਠੀਕ ਹੈ, ਹੁਣ ਹਰ ਬੈਂਕ ਨੇ 10% ਰੱਖਣਾ ਹੈ, ਉਹਦੇ ਕੋਲ 90 ਰੁਪਏ ਬਚੇ ਲੋਕਾਂ ਨੂੰ ਦੇਣ ਵਾਸਤੇ। ਇੱਥੇ ਕਿੰਨੇ ਬਚੇ ਸੀ, 92.5 ਰੁਪਏ। ਇੱਥੇ ਜ਼ਿਆਦਾ ਪੈਸੇ ਦੇ ਰਿਹਾ ਸੀ, ਇੱਥੇ ਉਹਨੇ ਅਵੇਲੇਬਿਲਿਟੀ ਘਟਾਤੀ। ਜੇ ਉਹਨੂੰ ਲੱਗਦਾ ਹੈ ਕਿ ਪ੍ਰਾਈਸ ਡਾਊਨ ਹੋਈ ਜਾ ਰਹੇ ਆ, ਸਪਲਾਈ ਬਹੁਤ ਪਈ ਹੈ, ਕੋਈ ਡਿਮਾਂਡ ਹੀ ਨਹੀਂ ਕਰ ਰਿਹਾ, ਫਿਰ ਉਹ ਅਵੇਲੇਬਿਲਿਟੀ ਵਧਾਊਗਾ। 7.5 ਤੋਂ ਕਿੰਨਾ ਕਰ ਦੂਗਾ, 5% ਰਿਜ਼ਰਵ ਬੈਂਕ ਕੋਲ ਰੱਖ ਕੇ ਆਓ। ਹੁਣ ਉਹਦੇ ਕੋਲ ਕਿੰਨੇ ਪੈਸੇ ਬਚ ਗਏ, 95, ਜਿਹੜੇ ਕਿ ਉਹ ਕਰਜ਼ੇ ਦੇ ਸਕਦਾ। ਕਿਉਂ? ਇਕੋਨਮੀ ਵਿੱਚ ਮਨੀ ਸਪਲਾਈ ਵਧਾਉਣ ਵਾਸਤੇ। ਕਿਉਂਕਿ ਮਨੀ ਸਪਲਾਈ ਵਧੇਗੀ ਤਾਂ ਲੋਕ ਡਿਮਾਂਡ ਵਧਾਉਣਗੇ। ਇਸੇ ਤਰ੍ਹਾਂ ਹੁੰਦਾ ਹੈ ਤਰਲਤਾ ਅਨੁਪਾਤ ਵਿੱਚ ਪਰਿਵਰਤਨ, ਲਿਕੁਇਡਿਟੀ ਰੇਸ਼ੋ, ਜਿਹੜੀ ਬੈਂਕਾਂ ਨੂੰ ਆਪਣੇ ਕੋਲ ਇਹ ਕਿੱਥੇ ਰੱਖਣੀ ਪੈਂਦੀ, ਰਿਜ਼ਰਵ ਬੈਂਕ ਕੋਲ, ਕੁਝ % ਉਹਨਾਂ ਨੂੰ ਆਪਣੇ ਕੋਲ ਵੀ ਰੱਖਣਾ ਪੈਂਦਾ। ਇਸੇ ਤਰ੍ਹਾਂ ਜਿਸ ਕੇਂਦਰੀ ਬੈਂਕ ਨੂੰ ਲੱਗੇ ਕਿ ਉਹ ਰੇਟ ਘਟਾਉਣਾ ਵਧਾਉਣਾ ਚਾਹੁੰਦਾ ਹੈ, ਮਨੀ ਸਪਲਾਈ ਘਟਾਉਣੀ ਵਧਾਉਣੀ ਚਾਹੁੰਦੀ, ਤਾਂ ਇਸ ਰੇਸ਼ੋ ਵਿੱਚ ਚੇਂਜ ਹੁੰਦਾ ਹੈ। ਕੁਆਲੀਟੇਟਿਵ ਕ੍ਰੈਡਿਟ ਕੰਟਰੋਲ, ਉਹ ਸੀ ਕੁਆਂਟੀਟੇਟਿਵ। ਕੁਆਲੀਟੇਟਿਵ ਵਿੱਚ ਕੀ ਹੈ, ਚੇਂਜ ਇਨ ਮਾਰਜਨਲ ਰਿਕੁਆਇਰਮੈਂਟਸ ਆਫ ਲੋਨ ਦੀਆਂ ਮਾਰਜਨਲ ਰਿਕੁਆਇਰਮੈਂਟਸ ਚੇਂਜ ਕਰ ਦਿਓ। ਜੇ ਸਰਕਾਰ ਨੂੰ ਲੱਗੇ ਕਿ ਵਪਾਰੀ ਆਪਣੇ ਕੋਲ ਸਟਾਕ ਵਧਾਈ ਜਾ ਰਹੇ ਹੈ ਕਿਸੇ ਚੀਜ਼ ਦਾ, ਬਾਹਰ ਰੇਟ ਵਧੀ ਜਾਂਦਾ, ਉਹਦੇ ਲਈ ਕੀ ਕਰੂਗੀ, ਉਹ ਕਰਜ਼ੇ ਦੇਣ ਵਾਸਤੇ ਮਾਰਜਨਲ ਰਿਕੁਆਇਰਮੈਂਟ ਵਧਾ ਦੋਗੇ। ਮੰਨ ਲਓ ਕਿਸੇ ਮਨੁੱਖ ਨੇ 100 ਰੁਪਏ ਦਾ ਮਾਲ ਬੈਂਕ ਕੋਲ ਰੱਖਿਆ, ਠੀਕ ਹੈ, ਬੈਂਕ ਉਸ ਨੂੰ 20 ਰੁਪਏ ਦੀ ਸੀਮਾਂਤ ਲੋੜ ਹੈ ਤੇ ਬੈਂਕ ਉਹਨੂੰ 80 ਰੁਪਏ ਦਾ ਕਰਜ਼ਾ ਦਿੰਦਾ। 100 ਰੁਪਏ ਦਾ ਮੈਂ ਆਪਣਾ ਕੋਈ ਗਹਿਣਾ ਲੈ ਗਈ, ਕੁਛ ਲੈ ਗਈ, 100 ਰੁਪਏ ਦਾ ਉੱਥੇ ਰੱਖਿਆ ਤੇ ਮੈਨੂੰ 80 ਰੁਪਏ ਕਰਜ਼ਾ ਮਿਲਿਆ। ਜੇ ਸੀਮਾਂਤ ਲੋੜ, ਜੇ ਉਹਨੂੰ ਲੱਗਦਾ ਹੈ ਕਿ ਪੈਸੇ ਇਕੋਨਮੀ 'ਚ ਘਟਾਣੇ ਹੈ ਤਾਂ ਸੀਮਾਂਤ ਲੋੜ ਨੂੰ 20 ਤੋਂ ਵਧਾ ਕੇ 40 ਕਰ ਦੇਗੀ। ਹੁਣ ਸਿਰਫ ਸਾਨੂੰ 60 ਰੁਪਏ ਮਿਲਣਗੇ। ਮਨੀ ਸਪਲਾਈ ਘਟ ਗਈ ਨਾ। ਸਾਖ ਦੀ ਰਾਸ਼ਨਿੰਗ, ਉਹ ਕਿਸੇ ਵੀ ਵਿਸ਼ੇਸ਼ ਬੈਂਕ ਨੂੰ ਰੁਪਇਆ ਦੇਣ ਤੋਂ ਉਧਾਰ ਕਰ ਸਕਦਾ। ਜ਼ਰੂਰੀ ਨਹੀਂ ਕਿ ਉਹਨੇ ਸਾਰਿਆਂ ਲਈ ਇਕੁਅਲ ਪਾਲਿਸੀ ਰੱਖਣੀ ਹੈ। ਠੀਕ ਹੈ, ਵੱਖ-ਵੱਖ ਬੈਂਕਾਂ ਨੂੰ ਦਿੱਤਾ ਜਾਣ ਵਾਲਾ ਕੋਟਾ ਨਿਸ਼ਚਿਤ ਕਰ ਸਕਦਾ। ਪ੍ਰਤੱਖ ਕਾਰਵਾਈ ਵੀ ਉਹ ਕਿਸੇ ਨੂੰ ਸਿੱਧਾ ਹੀ ਕਹਿ ਸਕਦਾ, ਭਾਈ ਤੈਨੂੰ ਮੈਂ ਕਰਜ਼ਾ ਨਹੀਂ ਦੇ ਸਕਦਾ, ਜੇ ਦੇ ਸਕਦਾ ਤਾਂ ਵੱਧ ਰੇਟ ਆਫ ਇੰਟਰਸਟ ਤੇ ਦੇ ਸਕਦਾ। ਇਸ ਤਰ੍ਹਾਂ ਕਠੋਰ ਰੋਕਾਂ ਲਗਾ ਦਿੰਦਾ। ਇਹਨੂੰ ਕਹਿੰਦੇ ਡਾਇਰੈਕਟ ਐਕਸ਼ਨ। ਸਮਝ ਆ ਗਈ? ਇਹ ਸੀਗੇ ਮੇਨ ਕੁਐਸਚਨ। ਇਹ ਆਉਂਦਾ ਹੁੰਦਾ ਇਹਦੇ ਯੰਤਰ। ਜੇ ਇਹਦਾ ਆ ਗਿਆ ਮਹੱਤਵ, ਤੇ ਆਹ ਵਾਲੇ 5 ਪੁਆਇੰਟ ਕਰਦੇ ਨੇ, ਮਹੱਤਵ ਵੀ ਉਦੇਸ਼ ਵੀ। ਤੇ ਜੇ ਆ ਗਏ ਤੁਹਾਨੂੰ ਯੰਤਰ, ਤੇ ਆਹ ਵਾਲੇ 2 ਪੇਜ ਜਿਹੜੇ ਮੈਂ ਕਰਵਾਏ ਆ, ਕੁਆਲੀਟੇਟਿਵ ਤੇ ਕੁਆਂਟੀਟੇਟਿਵ ਤੇ ਕੁਆਲੀਟੇਟਿਵ, ਇਹ ਕਰਨਾ। ਠੀਕ ਹੈ, ਤੇ ਮੋਨੇਟਰੀ ਪਾਲਿਸੀ ਵਾਲਾ ਤੁਹਾਡਾ ਚੈਪਟਰ ਖਤਮ। ਇੱਕ ਚੈਪਟਰ ਰਹਿ ਗਿਆ ਤੁਹਾਡਾ ਫਿਸਕਲ ਪਾਲਿਸੀ।